ਨਮਸਕਾਰ। ਅੱਜ ਦਾ ਸਾਡਾ ਟੌਪਿਕ ਹੈ ਬੈਰੀਅਰ ਟੂ ਇਫੈਕਟਿਵ ਕਮਿਊਨੀਕੇਸ਼ਨ, ਮਤਲਬ ਇੱਕ ਪ੍ਰਭਾਵਸ਼ਾਲੀ ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ। ਇਹ ਸਾਡਾ ਟੌਪਿਕ ਜੋ ਹੈ ਇਹ ਰੁਜ਼ਗਾਰ ਯੋਗਤਾ ਜਿਹੜੀ ਪੁਸਤਕ ਹੈ 10ਵੀਂ ਸ਼੍ਰੇਣੀ ਦੀ, ਉਸ ਦੇ ਪਹਿਲੇ ਪਾਠ ਦਾ 5ਵਾਂ ਭਾਗ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ ਜਾਂ ਅਟਕਲਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਤੇ ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਇਹ ਟੌਪਿਕ, ਜਿਸ ਦਾ ਨਾਮ ਹੈ ਪ੍ਰਭਾਵਸ਼ਾਲੀ ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ। ਜੀ ਹਾਂ, ਮੈਂ VT ਵਿਨੋਦ ਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀੜਾਂ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਾਈਵੇਟ ਸਿਕਿਉਰਿਟੀ ਵੋਕੇਸ਼ਨਲ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਦੇ ਇਸ ਚੈਪਟਰ ਵਿੱਚ ਮੈਂ ਤੁਹਾਨੂੰ ਪ੍ਰਭਾਵਸ਼ਾਲੀ ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੇ ਬਾਰੇ ਵਿੱਚ ਕੁਝ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਜਾਣ ਪਛਾਣ। ਅੱਜ ਦੇ ਸਮੇਂ ਵਿੱਚ ਕਿਸੇ ਵੀ ਪੇਸ਼ੇ ਜਾਂ ਕਾਰੋਬਾਰ ਵਿੱਚ ਸੰਚਾਰ ਕਮਿਊਨੀਕੇਸ਼ਨ ਦੀ ਮਹਾਰਤ ਵਾਲੀ ਭਾਸ਼ਾ ਦਾ ਪੂਰਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ ਜਾਂ ਮਹੱਤਵਪੂਰਨ ਹੈ। ਇੱਕ ਵਿਦਿਆਰਥੀ ਵਜੋਂ ਤੁਸੀਂ ਕਿਸੇ ਵੀ ਭਾਸ਼ਾ ਦਾ ਅਧਿਐਨ ਕਰ ਸਕਦੇ ਹੋ, ਪਰ ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਸਹੀ ਤਰ੍ਹਾਂ ਕਮਿਊਨੀਕੇਸ਼ਨ ਜਾਂ ਸੰਚਾਰ ਕਰਨ ਲਈ ਉਸ ਭਾਸ਼ਾ ਨੂੰ ਬੋਲਣ, ਲਿਖਣ, ਪੜ੍ਹਨ ਅਤੇ ਸੁਣਨ ਵਿੱਚ ਚੰਗੀ ਤਰ੍ਹਾਂ ਸਮਰੱਥ ਹੋਵੋ। ਇੱਕ ਤੋਂ ਵੱਧ ਭਾਸ਼ਾਵਾਂ ਬੋਲਣਾ ਜਾਂ ਸਮਝਣਾ ਤੁਹਾਨੂੰ ਦੁਨੀਆ ਭਰ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ। ਜਿਵੇਂ ਕਿ ਮੰਨ ਲਓ, ਅੰਗਰੇਜ਼ੀ ਭਾਸ਼ਾ ਸਿੱਖਣਾ ਤੁਹਾਨੂੰ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਕਾਫੀ ਸਹਾਇਕ ਹੋ ਸਕਦੀ ਹੈ ਜੋ ਲੋਕ ਆਪਣੀ ਮਾਂ ਬੋਲੀ ਤੋਂ ਇਲਾਵਾ ਅੰਗਰੇਜ਼ੀ ਨੂੰ ਸਮਝਦੇ ਹਨ ਜਾਂ ਬੋਲਦੇ ਹਨ। ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸਹੀ ਮਾਇਨੇ ਵਿੱਚ ਸੰਚਾਰ ਕੀ ਹੁੰਦਾ ਹੈ ਜਾਂ ਫਿਰ ਇੱਕ ਪ੍ਰਭਾਵਸ਼ਾਲੀ ਸੰਚਾਰ ਕਿਸ ਤਰ੍ਹਾਂ ਹੁੰਦਾ ਹੈ। ਜਿਵੇਂ ਕਿ ਅਸੀਂ ਪੁਰਾਣੇ ਸੈਸ਼ਨ ਵਿੱਚ ਪੜ੍ਹਿਆ ਹੈ, ਸੰਚਾਰ ਸ਼ਬਦ ਲਾਤੀਨੀ ਭਾਸ਼ਾ ਵਿੱਚੋਂ ਲਿਆ ਗਿਆ ਹੈ, ਜਿਸ ਦਾ ਅਰਥ ਜਾਂ ਭਾਵ ਹੈ ਸਾਂਝਾ ਕਰਨਾ। ਭਾਵ ਕਿ ਆਪਣੇ ਵਿਚਾਰਾਂ ਜਾਂ ਭਾਵਨਾਵਾਂ ਅਤੇ ਤੱਥਾਂ ਨੂੰ ਪ੍ਰਗਟ ਕਰਨ ਦੀ ਯੋਗਤਾ ਹੀ ਸੰਚਾਰ ਮੰਨੀ ਜਾਂਦੀ ਹੈ। ਇਹ ਇੱਕ ਅਜਿਹਾ ਮਹੱਤਵਪੂਰਨ ਤਰੀਕਾ ਹੈ ਜਿਸ ਰਾਹੀਂ ਤੱਥਾਂ, ਵਿਚਾਰਾਂ, ਤਜਰਬਿਆਂ ਅਤੇ ਭਾਵਨਾਵਾਂ ਨੂੰ ਸਾਂਝਾ ਕੀਤਾ ਜਾਂਦਾ ਹੈ ਜਾਂ ਫਿਰ ਇਹਨਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਸੈਂਡਰ ਹੁੰਦਾ ਹੈ ਜੋ ਕਿ ਸੁਨੇਹਾ ਭੇਜਣ ਵਾਲਾ ਹੁੰਦਾ ਹੈ, ਦੂਸਰਾ ਇੱਕ ਰਿਸੀਵਰ ਹੁੰਦਾ ਹੈ ਜੋ ਕਿ ਸੁਨੇਹਾ ਪ੍ਰਾਪਤ ਕਰਨ ਵਾਲਾ ਹੁੰਦਾ ਹੈ, ਤੀਸਰਾ ਇੱਕ ਮੀਡੀਅਮ ਹੁੰਦਾ ਹੈ ਜਿਸ ਦਾ ਮਾਧਿਅਮ ਰਾਹੀਂ ਸੁਨੇਹਾ ਭੇਜਿਆ ਜਾਂਦਾ ਹੈ। ਅਕਸਰ ਅਸੀਂ ਆਪਣੇ ਆਪਸ ਵਿੱਚ ਸ਼ਬਦਾਂ ਰਾਹੀਂ ਜਾਂ ਗੈਰ ਸ਼ਬਦਾਂ ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਸ਼ਬਦੀ ਸੰਚਾਰ ਵਿੱਚ ਲਿਖਤ ਅਤੇ ਮੌਖਿਕ ਸੰਚਾਰ ਸ਼ਾਮਿਲ ਹਨ, ਜਦੋਂ ਕਿ ਗੈਰ ਸ਼ਬਦੀ ਸੰਚਾਰ ਵਿੱਚ ਸਾਡੇ ਸਰੀਰਕ ਭਾਸ਼ਾ, ਚਿਹਰੇ ਦੇ ਹਾਵ ਭਾਵ ਅਤੇ ਤਸਵੀਰਾਂ ਆਦਿ ਸ਼ਾਮਿਲ ਕੀਤੇ ਜਾਂਦੇ ਹਨ। ਲੇਕਿਨ ਇੱਕ ਪ੍ਰਭਾਵਸ਼ਾਲੀ ਸੰਚਾਰ ਉਸ ਸਮੇਂ ਹੀ ਸੰਭਵ ਹੁੰਦਾ ਹੈ ਜਦੋਂ ਸਰੋਤਾ ਵਕਤਾ ਦੇ ਅਨੁਸਾਰ ਭੇਜੇ ਗਏ ਸੁਨੇਹੇ ਨੂੰ ਗ੍ਰਹਿਣ ਕਰਦਾ ਹੈ। ਲੇਕਿਨ ਕਈ ਵਾਰ ਵੇਖਿਆ ਜਾਂਦਾ ਹੈ ਕਿ ਵਕਤਾ ਵੱਲੋਂ ਭੇਜਿਆ ਗਿਆ ਜਿਹੜਾ ਸੁਨੇਹਾ ਹੈ ਸਰੋਤਾ ਤੱਕ ਉਸੇ ਅਨੁਸਾਰ ਨਹੀਂ ਪਹੁੰਚਦਾ ਜਿਸ ਅਨੁਸਾਰ ਵਕਤਾ ਨੇ ਉਸ ਨੂੰ ਭੇਜਿਆ ਹੁੰਦਾ ਹੈ। ਮਤਲਬ ਕਿ ਕਈ ਵਾਰ ਕੁਝ ਕਾਰਕਾਂ ਕਰਕੇ ਇਸ ਤਰ੍ਹਾਂ ਦੇ ਕਾਰਨ ਹੋ ਜਾਂਦੇ ਹਨ ਜੋ ਕਿ ਪ੍ਰਭਾਵਸ਼ਾਲੀ ਸੰਚਾਰ ਵਿੱਚ ਰੁਕਾਵਟ ਦਾ ਕਾਰਨ ਬਣ ਜਾਂਦੇ ਹਨ। ਆਓ ਅੱਜ ਅਸੀਂ ਉਹਨਾਂ ਕਾਰਕਾਂ ਬਾਰੇ ਸਿੱਖਣ ਦੀ ਕੋਸ਼ਿਸ਼ ਕਰੀਏ ਜੋ ਕਿ ਇੱਕ ਪ੍ਰਭਾਵਸ਼ਾਲੀ ਸੰਚਾਰ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ। ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਫਿਜ਼ੀਕਲ ਬੈਰੀਅਰਸ, ਜਾਂ ਜਿਸ ਨੂੰ ਅਸੀਂ ਭੌਤਿਕ ਜਾਂ ਸਰੀਰਕ ਰੁਕਾਵਟਾਂ ਦੇ ਨਾਂ ਨਾਲ ਵੀ ਜਾਣਦੇ ਹਾਂ। ਸਰੀਰਕ ਰੁਕਾਵਟ ਵਾਤਾਵਰਣਕ ਅਤੇ ਕੁਦਰਤੀ ਇੱਕ ਅਜਿਹੀ ਸਥਿਤੀ ਹੈ
ਜੋ ਕਿ ਸੁਨੇਹਾ ਭੇਜਣ ਵਾਲੇ ਨੂੰ ਸੁਨੇਹਾ ਭੇਜਣ ਵਿੱਚ ਰੁਕਾਵਟ ਵਜੋਂ ਕੰਮ ਕਰਦੀ ਹੈ। ਇਸ ਵਿੱਚ ਇਸ਼ਾਰਿਆਂ, ਆਸਣ ਦੀ ਅਤੇ ਸਰੀਰ ਦੀ ਭਾਸ਼ਾ ਨੂੰ ਵੇਖਣ ਦੇ ਯੋਗ ਨਾ ਹੋਣਾ ਵੀ ਸੰਚਾਰ ਨੂੰ ਘੱਟ ਪ੍ਰਭਾਵਸ਼ਾਲੀ ਬਣਾ ਸਕਦਾ ਹੈ। ਉਦਾਹਰਨ ਦੇ ਲਈ, ਇੱਕ ਟੈਕਸਟ ਸੰਦੇਸ਼ ਅਕਸਰ ਚਿਹਰੇ ਤੋਂ ਆਉਣ ਵਾਲੇ ਸੰਚਾਰ ਨਾਲੋਂ ਘੱਟ ਪ੍ਰਭਾਵਸ਼ਾਲੀ ਹੁੰਦੇ ਹਨ। ਸਰੀਰਕ ਰੁਕਾਵਟਾਂ ਵਿੱਚ ਸਭ ਤੋਂ ਪਹਿਲਾਂ ਆਪਾਂ ਅਗਰ ਗੱਲ ਕਰੀਏ ਤਾਂ ਅਸੀਂ ਲੈਂਦੇ ਹਾਂ ਸ਼ੋਰ ਨੂੰ, ਜਾਂ ਜਿਸ ਨੂੰ ਸ਼ੋਰ ਸ਼ਰਾਬਾ ਕਹਿ ਸਕਦੇ ਹਾਂ ਜਾਂ ਨੁਆਇਜ਼ ਵੀ ਕਹਿ ਸਕਦੇ ਹਾਂ। ਸ਼ੋਰ ਸੰਚਾਰ ਵਿੱਚ ਪਾਇਆ ਜਾਣ ਵਾਲਾ ਇੱਕ ਵਿਘਨ ਜਾਂ ਰੁਕਾਵਟ ਹੈ, ਕਿਉਂਕਿ ਇਹ ਸੰਦੇਸ਼ ਨੂੰ ਘੱਟ ਸਹੀ, ਘੱਟ ਲਾਭਕਾਰੀ ਅਤੇ ਅਸਪਸ਼ਟ ਬਣਾਉਂਦਾ ਹੈ। ਕਿਸ ਤਰ੍ਹਾਂ? ਉਦਾਹਰਨ ਦੇ ਤੌਰ 'ਤੇ ਦੇਖੋ, ਮੰਨ ਲਓ ਕਿ ਆਪਾਂ ਕਿਸੇ ਵਿਆਹ ਸ਼ਾਦੀ ਜਾਂ ਪਾਰਟੀ ਵਿੱਚ ਜਾਂਦੇ ਹਾਂ ਜਾਂ ਫਿਰ ਕਿਸੇ ਸਮਾਰੋਹ ਵਿੱਚ ਜਾਂਦੇ ਹਾਂ। ਉੱਥੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਵੱਜ ਰਹੇ ਹੁੰਦੇ ਹਨ, ਡੀਜੇ ਵੱਜ ਰਹੇ ਹੁੰਦੇ ਹਨ, ਜਿਸ ਦੀ ਆਵਾਜ਼ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਇਹ ਇੱਕ ਰੁਕਾਵਟ ਵਜੋਂ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਸਮੇਂ ਅਤੇ ਦੂਰੀ। ਜੇ ਇੱਕ ਸੁਨੇਹਾ ਉਚਿਤ ਸਮੇਂ ਵਿੱਚ ਨਹੀਂ ਭੇਜਿਆ ਜਾਂਦਾ ਤਾਂ ਸੰਦੇਸ਼ ਦਾ ਉਹ ਪ੍ਰਭਾਵ ਨਹੀਂ ਰਹੇਗਾ ਜੋ ਕਿ ਹੋਣਾ ਚਾਹੀਦਾ ਹੈ। ਇਹ ਵੀ ਸੰਚਾਰ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਸ ਲਈ ਸੰਦੇਸ਼ ਦਾ ਸਮਾਂ ਸਹੀ ਹੋਣਾ ਚਾਹੀਦਾ ਹੈ, ਸੰਦੇਸ਼ ਸਹੀ ਸਮੇਂ 'ਤੇ ਭੇਜਣਾ ਚਾਹੀਦਾ ਹੈ। ਇਸੇ ਤਰ੍ਹਾਂ ਦੂਰੀ ਵੀ ਸਾਡੇ ਸੰਦੇਸ਼ ਨੂੰ ਪ੍ਰਭਾਵਿਤ ਕਰਦੀ ਹੈ। ਉਸ ਤੋਂ ਅੱਗੇ ਅਸੀਂ ਆਉਂਦੇ ਹਾਂ ਲੈਂਗੁਏਜ ਬੈਰੀਅਰ, ਜਾਂ ਜਿਹਨੂੰ ਭਾਸ਼ਾਈ ਰੁਕਾਵਟਾਂ ਵੀ ਕਹਿੰਦੇ ਹਨ। ਭਾਸ਼ਾ, ਕਿਸੇ ਵੀ ਤਰ੍ਹਾਂ ਦੇ ਸੰਚਾਰ ਲਈ ਭਾਸ਼ਾ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ, ਲੇਕਿਨ ਉੱਥੇ ਸੰਚਾਰ ਕਰਨਾ ਉਸ ਸਥਿਤੀ ਵਿੱਚ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਲੋਕ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੇ। ਕਿਸੇ ਭਾਸ਼ਾ ਦੀ ਵਰਤੋਂ ਕਰਦਿਆਂ ਸੰਚਾਰ ਕਰਨ ਵਿੱਚ ਅਸਮਰਥਾ ਨੂੰ ਭਾਸ਼ਾ ਦਾ ਸੰਚਾਰ ਰੁਕਾਵਟ ਵਜੋਂ ਜਾਣਿਆ ਜਾਂਦਾ ਹੈ। ਭਾਵ ਕਿ ਜੇ ਇੱਕ ਬੋਲਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਇੱਕੋ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਦਾ ਤਾਂ ਸੰਚਾਰ ਅਰਥਹੀਨ ਹੋ ਜਾਂਦਾ ਹੈ। ਜਿਵੇਂ ਕਿ ਮੰਨ ਲਈਏ, ਸੁਨੇਹਾ ਭੇਜਣ ਵਾਲਾ ਵਿਅਕਤੀ ਸਿਰਫ ਇੰਗਲਿਸ਼ ਜਾਣਦਾ ਹੈ, ਅੰਗਰੇਜ਼ੀ ਜਾਣਦਾ ਹੈ, ਉਹ ਆਪਣੇ ਸੁਨੇਹੇ ਨੂੰ ਅੰਗਰੇਜ਼ੀ ਵਿੱਚ ਭੇਜਦਾ ਹੈ, ਅਤੇ ਸੁਣਨ ਵਾਲਾ ਵਿਅਕਤੀ ਜਾਂ ਪ੍ਰਾਪਤ ਕਰਨ ਵਾਲਾ ਵਿਅਕਤੀ ਅੰਗਰੇਜ਼ੀ ਬਿਲਕੁਲ ਵੀ ਨਹੀਂ ਜਾਣਦਾ। ਸੁਨੇਹਾ ਭੇਜਣ ਵਾਲਾ ਤਾਂ ਆਪਣੇ ਖਿਆਲਾਂ ਨੂੰ, ਆਪਣੇ ਸੁਨੇਹੇ ਨੂੰ ਐਨਕੋਡ ਕਰਕੇ ਅੰਗਰੇਜ਼ੀ ਭਾਸ਼ਾ ਵਿੱਚ ਸੈਂਡ ਕਰ ਦੇਗਾ, ਰਿਸੀਵਰ ਉਹਨੂੰ ਰਿਸੀਵ ਵੀ ਕਰ ਲਏਗਾ, ਲੇਕਿਨ ਉਸ ਦੇ ਦਿਮਾਗ ਦੇ ਵਿੱਚ ਇੰਗਲਿਸ਼ ਤੋਂ ਆਪਣੀ ਭਾਸ਼ਾ 'ਚ ਟਰਾਂਸਲੇਸ਼ਨ ਕਰਨ ਦਾ ਸੋਫਟਵੇਅਰ ਹੀ ਨਹੀਂ ਹੈ, ਤਾਂ ਉਹ ਕਿਸ ਤਰ੍ਹਾਂ ਉਸ ਸੰਦੇਸ਼ ਨੂੰ, ਉਸ ਸੁਨੇਹੇ ਨੂੰ ਸਮਝੇਗਾ। ਇਸ ਕੰਡੀਸ਼ਨ ਦੇ ਵਿੱਚ ਸਾਡਾ ਜਿਹੜਾ ਸੰਚਾਰ ਹੈ ਉਹ ਅਰਥਹੀਨ ਹੋ ਜਾਂਦਾ ਹੈ। ਸੋ ਇਸ ਲਈ ਸੰਚਾਰ ਵਿੱਚ ਕਦੀ ਵੀ ਉਹਨਾਂ ਸ਼ਬਦਾਂ ਦੀ ਵਰਤੋਂ ਨਾ ਕਰੋ ਜੋ ਦੂਜਾ ਵਿਅਕਤੀ ਨਹੀਂ ਸਮਝਦਾ। ਇਸ ਤਰ੍ਹਾਂ ਕਰਨਾ ਸੰਚਾਰ ਨੂੰ ਬੇਅਸਰ ਬਣਾ ਦਿੰਦਾ ਹੈ। ਸੰਚਾਰ ਅਤੇ ਸੰਚਾਰ ਪਹੁੰਚਣ ਤੋਂ ਰੋਕਦਾ ਹੈ। ਵਿਅਕਤੀਗਤ ਵਿਸ਼ੇਸ਼ਤਾਵਾਂ। ਵਿਅਕਤੀਗਤ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ ਜੈਵੀਕਰਨ। ਜੈਵੀਕਰਨ ਮਤਲਬ ਜਿਵੇਂ ਕਿ ਬੁੱਲ੍ਹ ਹਿਲਾਉਣਾ, ਮਤਲਬ ਕਿ ਸਹੀ ਤਰ੍ਹਾਂ ਭਾਸ਼ਾ ਨਾ ਬੋਲ ਪਾਉਣਾ ਜਾਂ ਭਾਸ਼ਾ ਬੋਲਣ ਵਿੱਚ ਨੁਕਸ, ਜਿਵੇਂ ਕਿ ਕਈ ਲੋਕ ਥਥਲਾ ਕੇ ਬੋਲਦੇ ਹਨ, ਜਾਂ ਫਿਰ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਕਿ ਸੱਸੇ ਨੂੰ ਫੱਫਾ ਜਾਂ ਇਸ ਤਰ੍ਹਾਂ ਇੱਕ ਸ਼ਬਦ ਤੋਂ ਦੂਜੇ ਸ਼ਬਦ ਵਿੱਚ ਕਨਵਰਟ ਕਰਕੇ ਜਾਂ ਉਸ ਤਰੀਕੇ ਨਾਲ ਬੋਲਦੇ ਹਨ। ਇਸ ਤਰ੍ਹਾਂ ਦੇ ਸੰਚਾਰ ਵੀ ਇੱਕ ਰੁਕਾਵਟ ਦਾ ਕੰਮ ਕਰਦੀ ਹੈ। ਇਸ ਤੋਂ ਬਾਅਦ ਵਿੱਚ ਆਉਂਦਾ ਹੈ ਰੀਜਨਲ ਲੈਂਗੁਏਜ, ਜਿਹਨੂੰ ਅਸੀਂ ਖੇਤਰੀ ਭਾਸ਼ਾਵਾਂ ਕਹਿ ਸਕਦੇ ਹਾਂ। ਖੇਤਰੀ ਭਾਸ਼ਾਵਾਂ ਵੀ ਕਾਫੀ ਹੱਦ ਤੱਕ ਸੰਚਾਰ ਵਿੱਚ ਰੁਕਾਵਟ ਦਾ ਕੰਮ ਕਰ ਸਕਦੀਆਂ ਹਨ। ਖੇਤਰੀ ਭਾਸ਼ਾਵਾਂ ਤੋਂ ਕੀ ਭਾਵ ਹੈ ਕਿ ਜਿਸ ਤਰ੍ਹਾਂ ਅਸੀਂ ਭਾਰਤ ਦੇਸ਼ ਵਿੱਚ ਰਹਿੰਦੇ ਹਾਂ, ਅਸੀਂ ਅਲੱਗ-ਅਲੱਗ ਸਟੇਟਾਂ ਵਿੱਚ ਰਹਿੰਦੇ ਹਾਂ, ਸਾਡੇ ਆਪਣੇ ਆਪਣੇ ਦੇਸ਼ ਸਟੇਟ ਦੀ ਅਲੱਗ-ਅਲੱਗ ਭਾਸ਼ਾ ਹੈ, ਲੇਕਿਨ ਅਸੀਂ ਅਗਰ ਮੰਨ ਲਓ 4 ਸਟੇਟਾਂ ਦੇ ਵਿਅਕਤੀ ਨੂੰ ਇੱਕ ਕਮਰੇ ਵਿੱਚ ਇਕੱਠੇ ਕਰ ਦਈਏ, ਜਿੱਦਾਂ ਪੰਜਾਬ, ਯੂਪੀ, ਬਿਹਾਰ, MP, ਇਹਨਾਂ ਨੂੰ ਆਪਸ ਵਿੱਚ
ਗੱਲਬਾਤ ਕਰਨ ਨੂੰ ਕਹੀਏ ਤਾਂ ਉਸ ਸਮੇਂ ਸੰਚਾਰ ਬਿਲਕੁਲ ਠੱਪ ਨਹੀਂ ਹੋਏਗਾ, ਕਿਉਂਕਿ ਇਹ ਸਾਰੇ ਥੋੜ੍ਹੀ ਬਹੁਤ ਹਿੰਦੀ ਜਾਂ ਕੁਝ ਭਾਸ਼ਾ, ਇੱਕ ਕਾਮਨ ਭਾਸ਼ਾ ਜਾਣਦੇ ਹਨ, ਲੇਕਿਨ ਫਿਰ ਵੀ ਇਹਨਾਂ ਦੇ ਸ਼ਬਦਾਂ ਵਿੱਚ ਕੁਝ ਆਪਣੇ ਖੇਤਰ ਦੇ ਭਾਸ਼ਾ ਦੇ ਸ਼ਬਦ ਜੋ ਸ਼ਾਮਿਲ ਹੋਣਗੇ, ਜਿਸ ਕਰਕੇ ਜੋ ਅਗਲਾ ਸੁਣਨੇ ਵਾਲਾ ਵਿਅਕਤੀ ਹੈ ਉਹ ਪੂਰੇ ਦੇ ਪੂਰੇ 100% ਜੋ ਸੰਦੇਸ਼ ਹੈ ਉਸ ਨੂੰ ਨਹੀਂ ਪ੍ਰਾਪਤ ਕਰ ਪਾਏਗਾ, ਕੁਛ ਨਾ ਕੁਛ ਉਹਦੇ ਵਿੱਚ ਤਰੁੱਟੀ ਰਹਿ ਜਾਏਗੀ। ਇਸ ਕਰਕੇ ਖੇਤਰੀ ਭਾਸ਼ਾਵਾਂ ਵੀ ਸਾਡੇ ਸੰਦੇਸ਼ ਦੇ ਵਿੱਚ ਬੈਰੀਅਰ ਦਾ ਕੰਮ ਕਰਦੀਆਂ ਹਨ। ਉਸ ਤੋਂ ਅੱਗੇ ਆ ਗਿਆ ਈਮੇਲ। ਈਮੇਲ ਦਾ ਮਤਲਬ ਹੈ ਜਦੋਂ ਅਸੀਂ ਕਿਸੇ ਨੂੰ ਇਲੈਕਟ੍ਰੋਨਿਕ ਮੇਲ ਜਾਂ ਟੈਕਸਟ ਮੈਸੇਜ ਟਾਈਪ ਕਰਕੇ ਭੇਜਦੇ ਹਾਂ, ਹੋ ਸਕਦਾ ਕਿ ਅੱਗੇ ਵਾਲਾ ਵਿਅਕਤੀ ਜਾਂ ਰਿਸੀਵਰ ਉਸ ਮੈਸੇਜ ਨੂੰ ਟਰਾਂਸਲੇਸ਼ਨ ਕਰਨ ਵਿੱਚ ਅਸਮਰਥ ਹੋਵੇ, ਜਿਸ ਕਾਰਨ ਸਾਡਾ ਸੰਦੇਸ਼ ਜੋ ਹੈ ਉਸ ਤੱਕ ਸਹੀ ਤਰੀਕੇ ਤੱਕ ਨਹੀਂ ਪਹੁੰਚ ਸਕਦਾ। ਇਹ ਵੀ ਇੱਕ ਰੁਕਾਵਟ ਦੇ ਵਜੋਂ ਜਾਣਿਆ ਜਾਂਦਾ ਹੈ। ਉਸ ਤੋਂ ਅੱਗੇ ਆ ਗਿਆ ਹੈ ਇਮੋਸ਼ਨਲ ਜਾਂ ਸਾਈਕੋਲੋਜੀਕਲ ਬੈਰੀਅਰ, ਜਿਸ ਨੂੰ ਅਸੀਂ ਭਾਵਨਾਤਮਕ ਜਾਂ ਮਨੋਵਿਗਿਆਨਕ ਸੰਚਾਰ ਰੁਕਾਵਟਾਂ ਦੇ ਨਾਂ ਨਾਲ ਵੀ ਜਾਣਦੇ ਹਾਂ। ਸਾਡੀਆਂ ਭਾਵਨਾਵਾਂ ਸਾਡੇ ਲਈ ਸ਼ਕਤੀਸ਼ਾਲੀ ਪ੍ਰੇਰਕ ਹੋ ਸਕਦੀਆਂ ਹਨ। ਇਹ ਸਾਡੀ ਅਗਵਾਈ ਕਰਨ ਵਿੱਚ ਮਦਦ ਕਰਦੀਆਂ ਹਨ, ਇੱਥੋਂ ਤੱਕ ਕਿ ਸਾਨੂੰ ਖਤਰੇ ਤੋਂ ਬਾਹਰ ਵੀ ਰੱਖਦੀਆਂ ਹਨ। ਪਰ ਲੇਕਿਨ ਜੇ ਇਹਨਾਂ ਨੂੰ ਨਾ ਰੋਕਿਆ ਜਾਵੇ ਤਾਂ ਇਹ ਸਾਨੂੰ ਗੁੰਮਰਾਹ ਵੀ ਕਰ ਸਕਦੀਆਂ ਹਨ। ਸੰਚਾਰ ਵਿੱਚ ਰੁਕਾਵਟਾਂ ਆਮ ਤੌਰ 'ਤੇ ਭਾਵਨਾਤਮਕ ਜਾਗਰੂਕਤਾ ਜਾਂ ਨਿਯੰਤਰਣ ਦੀ ਘਾਟ ਕਾਰਨ ਹੁੰਦੀਆਂ ਹਨ। ਆਪਣੀਆਂ ਅੰਦਰੂਨੀ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਣਾ, ਅਸੀਂ ਕੰਮ ਦੇ ਸਥਾਨ 'ਤੇ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਹੋਰਾਂ ਨਾਲ ਵਧੇਰੇ ਲਾਭਦਾਇਕ ਢੰਗ ਨਾਲ ਸੰਚਾਰ ਕਰ ਸਕਦੇ ਹਾਂ। ਆਓ ਹੁਣ ਆਪਾਂ ਕੁਝ ਭਾਵਨਾਤਮਕ ਰੁਕਾਵਟਾਂ ਦੀਆਂ ਉਦਾਹਰਨਾਂ ਬਾਰੇ ਜਾਣੀਏ ਜਾਂ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਗੁੱਸੇ ਨੂੰ, ਜਾਂ ਐਂਗਰ ਕਹਿ ਦਿੰਦੇ ਹਾਂ। ਅਤੇ ਗੁੱਸਾ ਤਾਂ ਹਰ ਫੀਲਡ ਵਿੱਚ ਖਰਾਬ ਹੀ ਮੰਨਿਆ ਜਾਂਦਾ ਹੈ, ਅਤੇ ਗੁੱਸਾ ਕਈ ਤਰੀਕਿਆਂ ਨਾਲ ਸੰਚਾਰ ਲਈ ਵੀ ਨੁਕਸਾਨਦੇਹ ਹੈ। ਪਹਿਲਾਂ ਤਾਂ ਇਹ ਤੁਹਾਨੂੰ ਕੀ ਕਰਦਾ ਹੈ, ਘੱਟ ਤਰਕਸ਼ੀਲ ਬਣਾਉਂਦਾ ਹੈ, ਅਤੇ ਦੂਜਾ ਜਦੋਂ ਗੁੱਸਾ ਅਸਲ ਵਿੱਚ ਤੁਹਾਡੇ ਦਿਮਾਗ ਦੀ ਜਿਹੜੀ ਜਾਣਕਾਰੀ ਨੂੰ ਪ੍ਰਕਿਰਿਆ ਕਰਨ ਦੇ ਢੰਗ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਇਸ ਨਾਲ ਤੁਹਾਡੇ ਕੋਲ ਮੁਸ਼ਕਲਾਂ ਦੇ ਅਸਰਦਾਰ ਤਰੀਕੇ ਨਹੀਂ ਹੁੰਦੇ। ਹੱਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਤੁਹਾਨੂੰ ਦੂਜਿਆਂ ਦੇ ਵਿਆਖਿਆ ਅਤੇ ਹੱਲਾਂ ਨੂੰ ਰੱਦ ਕਰਨ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਅਤੇ ਦੂਜਾ ਗੁੱਸਾ ਸਾਡੇ ਆਸ-ਪਾਸ ਦੇ ਲੋਕਾਂ ਦੁਆਰਾ ਸਖਤ ਪ੍ਰਕਿਰਿਆ ਦਾ ਕਾਰਨ ਵੀ ਬਣ ਜਾਂਦਾ ਹੈ। ਚਾਹੇ ਉਹ ਵਿਅਕਤੀ ਜਿਸ ਨੂੰ ਤੁਸੀਂ ਗੁੱਸਾ ਕਰ ਰਹੇ ਹੋ ਜਾਂ ਨਾ, ਉਹ ਸੱਟ ਲੱਗਣ ਦੇ ਡਰ ਤੋਂ ਜਾਂ ਫਿਰ ਆਪਣੇ ਬਚਾਵ ਦੀ ਭਾਵਨਾ ਨਾਲ ਗੱਲ ਕਰਦਾ ਹੈ। ਭਾਵ ਕਿ ਸੰਭਾਵਨਾ ਹੈ ਕਿ ਗੱਲਬਾਤ ਉਨੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ ਜਿੰਨੀ ਚੰਗੀ ਤਰ੍ਹਾਂ ਹੋ ਸਕਦੀ ਸੀ। ਇਸ ਦਾ ਕਾਰਨ ਕੀ ਹੈ? ਗੁੱਸਾ। ਮਤਲਬ ਕੀ ਹੈ? ਗੁੱਸਾ ਵੀ ਸਾਡੇ ਸੰਚਾਰ ਨੂੰ ਇੱਕ ਰੁਕਾਵਟ ਦੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਉਸ ਤੋਂ ਅੱਗੇ ਹੈ ਸਟਰੈਸ ਜਾਂ ਤਣਾਅ, ਜਾਂ ਇਸ ਨੂੰ ਚਿੰਤਾ ਵੀ ਕਹਿ ਸਕਦੇ ਹਾਂ। ਚਿੰਤਾ ਦੇ ਕਈ ਰੂਪ ਹਨ। ਚਿੰਤਾ ਕਈ ਰੂਪਾਂ ਵਿੱਚ ਆਉਂਦੀ ਹੈ, ਜਿਵੇਂ ਕਿ ਸਮਾਜਿਕ ਚਿੰਤਾ ਮੰਨ ਲਓ, ਆਮਕਰਨ ਅਤੇ ਪੈਨਿਕ ਡਿਸਆਰਡਰ ਦੇ ਤੌਰ 'ਤੇ ਮੰਨ ਲਓ। ਇਹ ਤੁਹਾਡੀ ਸਪਸ਼ਟ ਅਤੇ ਸਿਰਜਣਾਤਮਕ ਸੋਚ ਦੀ ਜਿਹੜੀ ਯੋਗਤਾ ਉਹਨੂੰ ਪ੍ਰਭਾਵਿਤ ਕਰਦੀ ਹੈ। ਬਹੁਤ ਸਾਰੇ ਲੋਕ ਜੋ ਚਿੰਤਾ ਤੋਂ ਗ੍ਰਸਤ ਹਨ, ਉਹ ਆਪਣੀ ਚਿੰਤਾ ਦਾ ਵੱਡਾ ਨਤੀਜਾ ਦੱਸਦੇ ਹਨ ਕਿ ਚਿੰਤਾ ਤੋਂ ਜਿਹੜੇ ਪ੍ਰਭਾਵਿਤ ਲੋਕ ਹੈ, ਉਹ ਦੋ ਚਿੱਤੀ ਸੋਚ ਵਿੱਚ ਉਲਝ ਕੇ ਰਹਿ ਜਾਂਦੇ, ਅਤੇ ਜਾਂ ਉਹਦੇ ਵਿੱਚ ਹੀ ਆਪਣਾ ਰੁਝਾਨ ਰੱਖਦੇ ਹਨ। ਉਹ ਵਿਚਕਾਰਲੇ ਰਚਨਾਤਮਕ ਹੱਲਾਂ ਨੂੰ ਵੇਖਣ ਦੀ ਬਜਾਏ ਸਭ ਤੋਂ ਵੱਧ ਸਿੱਟੇ ਕੱਢਣ ਵਾਲੇ ਨਤੀਜਿਆਂ ਦੇ ਕਲਪਨਾ ਕਰਦੇ ਰਹਿੰਦੇ ਹਨ, ਜਿਹਦੇ ਕਰਕੇ ਵੀ ਸੰਚਾਰ ਪ੍ਰਭਾਵਿਤ ਹੁੰਦਾ ਹੈ ਜਾਂ ਉਹਦੇ ਵਿੱਚ ਰੁਕਾਵਟ ਪੈਂਦੀ ਹੈ। ਇਸ ਤੋਂ ਅੱਗੇ ਆ ਜਾਂਦਾ ਹੈ ਇਕਾਗਰਤਾ ਦੀ ਕਮੀ, ਲੈਕ ਆਫ ਅਟੈਂਸ਼ਨ। ਇਕਾਗਰਤਾ ਦੀ ਕਮੀ ਦਾ ਸੰਚਾਰ ਰੁਕਾਵਟ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ। ਇੱਕ ਵਧੀਆ ਅਤੇ ਪ੍ਰਭਾਵਸ਼ਾਲੀ ਸੰਚਾਰ ਲਈ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਆਪਣੇ ਧਿਆਨ ਨੂੰ ਇਕਾਗਰ ਜਾਂ ਸਥਿਰ ਕੀਤੇ ਬਿਨਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਅਤੇ ਉਸ ਸਮੇਂ
ਕੀਤਾ ਜਾਣ ਵਾਲਾ ਜਿਹੜਾ ਸੰਚਾਰ ਹੈ ਉਹ ਪੂਰਨ ਨਹੀਂ ਹੋਵੇਗਾ। ਉਹ ਕਿਸ ਤਰ੍ਹਾਂ? ਉਦਾਹਰਨ ਤੌਰ 'ਤੇ ਅਗਰ ਇੱਕ ਅਧਿਆਪਕ ਕਲਾਸ ਵਿੱਚ ਪੜ੍ਹਾ ਰਿਹਾ ਹੈ, ਲੇਕਿਨ ਜੋ ਅੱਗੇ ਬੈਠੇ ਸਟੂਡੈਂਟਸ ਆ ਜਾਂ ਵਿਦਿਆਰਥੀ ਆ ਉਹਨਾਂ ਦਾ ਧਿਆਨ ਪੜ੍ਹਾਈ ਨੂੰ ਛੱਡ ਕੇ ਬਾਹਰ ਖੇਲ ਰਹੇ ਗਰਾਊਂਡ ਵਿੱਚ ਬੱਚਿਆਂ ਦੇ ਵਿੱਚ ਕੇਂਦਰਿਤ ਹੈ ਜਾਂ ਉਹਨਾਂ ਵੱਲ ਧਿਆਨ ਹੈ, ਤਾਂ ਉਸ ਕੰਡੀਸ਼ਨ ਵਿੱਚ ਅਧਿਆਪਕ ਵੱਲੋਂ ਤਾਂ ਕੀਤਾ ਜਾਣ ਵਾਲਾ ਸੰਚਾਰ ਪੂਰਨ ਤੌਰ 'ਤੇ ਹੈ, ਕਿਉਂਕਿ ਉਹ ਤਾਂ ਆਪਣੇ ਤੌਰ 'ਤੇ ਪੂਰਾ ਸੰਦੇਸ਼ ਜਾਂ ਜੋ ਪਾਠਕ੍ਰਮ ਹੈ ਉਹਨੂੰ ਪੜ੍ਹਾ ਰਿਹਾ ਹੈ, ਪੂਰੀ ਤਰ੍ਹਾਂ ਮੈਸੇਜ ਸੈਂਡ ਕਰ ਰਿਹਾ ਹੈ। ਲੇਕਿਨ ਅੱਗੇ ਬੈਠੇ ਜਿਹੜੇ ਵਿਦਿਆਰਥੀ ਹਨ ਉਹ ਉਸ ਮੈਸੇਜ ਨੂੰ ਰਿਸੀਵ ਤਾਂ ਕਰ ਰਹੇ ਨੇ ਲੇਕਿਨ ਸਮਝ ਨਹੀਂ ਪਾ ਰਹੇ। ਕਿਉਂ? ਕਿਉਂਕਿ ਉਹਨਾਂ ਦੀ ਇਕਾਗਰਤਾ ਨਹੀਂ ਹੈ। ਤੇ ਇਸ ਲਈ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ, ਧਿਆਨ ਨੂੰ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ। ਇਹ ਵੀ ਇੱਕ ਸਾਡੀ ਜਿਹੜੀ ਆ ਪ੍ਰਭਾਵਸ਼ਾਲੀ ਸੰਚਾਰ ਦੀ ਜਿਹੜੀ ਨੀਤੀ ਉਹਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਜਾਂ ਪ੍ਰਭਾਵ ਪਾਉਂਦੀ ਹੈ। ਉਸ ਤੋਂ ਬਾਅਦ ਅੱਗੇ ਆ ਗਿਆ ਐਟੀਟਿਊਡ ਐਂਡ ਓਪੀਨੀਅਨਸ, ਜਿਹਨੂੰ ਅਸੀਂ ਕਹਿ ਸਕਦੇ ਹਾਂ ਰਵੱਈਆ ਅਤੇ ਰਾਏ, ਜਾਂ ਦੇਸੀ ਭਾਸ਼ਾ ਵਿੱਚ ਅਣਖ ਹੰਕਾਰ ਦੇ ਨਾਲ ਨਾਲ ਵੀ ਇਹਨੂੰ ਜਾਣਦੇ ਹਾਂ। ਇਸ ਨਾਲ ਸਾਡੇ ਰਵੱਈਏ ਅਤੇ ਉਹਨਾਂ ਦੇ ਰਾਏ ਵਿੱਚ ਕਾਫੀ ਹੱਦ ਤੱਕ ਸੰਚਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਨਸਾਨ ਦਾ ਜਿਹੜਾ ਰਵੱਈਆ ਹੈ ਅਤੇ ਉਹਦੀ ਰਾਏ ਕਾਫੀ ਹੱਦ ਤੱਕ ਸੰਚਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਉਹਨਾਂ ਲੋਕਾਂ ਲਈ ਹੁੰਦਾ ਹੈ ਜੋ ਹਮੇਸ਼ਾ ਆਪਣੇ ਆਪ ਨੂੰ ਸਹੀ ਸਮਝਦੇ ਹਨ। ਉਹ ਸੋਚਦੇ ਕਿ ਮੈਂ ਸਹੀ ਹਾਂ, ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਅਤੇ ਉਹ ਆਪਣਾ ਹਮੇਸ਼ਾ ਇੱਕ ਦ੍ਰਿਸ਼ਟੀਕੋਣ 'ਤੇ ਹੀ ਆਪਣੇ ਆਪ ਨੂੰ ਕੇਂਦਰਿਤ ਕਰਕੇ ਰੱਖਦੇ ਹਨ। ਇਸ ਨਾਲ ਕੀ ਸੰਚਾਰ ਦੀਆਂ ਜਿਹੜੀਆਂ ਲੀਹਾਂ ਉਹ ਬੰਦ ਹੋ ਜਾਂਦੀਆਂ ਹਨ। ਜੇਕਰ ਤੁਸੀਂ ਆਪਣੇ ਸਹਿਕਰਮੀਆਂ ਜਾਂ ਨਾਲ ਦੇ ਸਹਿਪਾਠੀਆਂ ਕਰਮਚਾਰੀਆਂ ਨਾਲ ਪ੍ਰਭਾਵਸ਼ਾਲੀ ਸਹਿਯੋਗ ਅਤੇ ਸੰਚਾਰ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸੁਣਨ ਦੇ ਯੋਗ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਸੁਣਨ ਦੇ ਯੋਗ ਹੋਣਾ ਚਾਹੀਦਾ ਹੈ, ਕਿਉਂਕਿ ਸੁਣਨ ਵਿੱਚ ਉਹ ਕਿਸੇ ਦੇ ਸ਼ਬਦਾਂ ਨੂੰ ਸੁਣਨ ਤੋਂ ਇਲਾਵਾ ਕੁਝ ਹੋਰ ਵੀ ਸ਼ਾਮਿਲ ਹੁੰਦਾ ਹੈ। ਕੀ ਹੁੰਦਾ ਹੈ? ਮਤਲਬ ਕਿ ਹੋਰ ਲੋਕਾਂ ਦੀ ਰਾਏ ਨੂੰ ਗੰਭੀਰਤਾ ਨਾਲ ਲੈਣਾ, ਹੋਰ ਲੋਕਾਂ ਦੀ ਸਲਾਹ 'ਤੇ ਅਮਲ ਕਰਨਾ ਜਦੋਂ ਉਹ ਤੁਹਾਡੇ ਨਾਲੋਂ ਕਿਸੇ ਵਿਸ਼ੇ ਵਿੱਚ ਵਧੇਰੇ ਮਹਾਰਤ ਰੱਖਦੇ ਹੋਣ। ਕਿਉਂਕਿ ਜਦੋਂ ਹੰਕਾਰ ਸੰਚਾਰ ਦੇ ਰਾਹ ਪੈ ਜਾਂਦਾ ਹੈ ਤਾਂ ਉਸ ਸਮੇਂ ਤੁਸੀਂ ਸਭ ਤੋਂ ਵਧੀਆ ਹੱਲਾਂ ਨਾਲ ਨਹੀਂ, ਬਲਕਿ ਬਸ ਆਪਣੇ ਕੀਤੇ ਗਏ ਜਿਹੜੇ ਹੱਲ ਆ ਉਹਨਾਂ ਨਾਲ ਹੀ ਖਤਮ ਹੋ ਜਾਂਦੇ ਹੋ ਜਾਂ ਸਹਿਮਤ ਹੋ ਜਾਂਦੇ ਹੋ। ਇਸ ਤੋਂ ਅੱਗੇ ਆ ਜਾਂਦਾ ਹੈ ਕਲਚਰਲ ਬੈਰੀਅਰ ਜਾਂ ਸੱਭਿਆਚਾਰਕ ਰੁਕਾਵਟਾਂ। ਸੱਭਿਆਚਾਰਕ ਸਭ ਸਮਾਜਿਕ ਤੌਰ 'ਤੇ ਸੰਚਾਰਿਤ ਵਿਵਹਾਰ, ਕਲਾਵਾਂ, ਭਾਸ਼ਾਵਾਂ, ਚਿੰਨ੍ਹ, ਪ੍ਰਤੀਕ, ਵਿਸ਼ਵਾਸ, ਨਿਯਮ, ਪਰੰਪਰਾਗਤ ਗਤੀਵਿਧੀਆਂ, ਰਿਵਾਜ ਆਦਿ ਹਨ। ਇਹ ਸਭ ਸੱਭਿਆਚਾਰ ਵਿੱਚ ਆਉਂਦੇ ਹਨ। ਸੱਭਿਆਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪਿਆ ਜਾਂਦਾ ਹੈ। ਇਹ ਲੋਕਾਂ ਨੂੰ ਉਹਨਾਂ ਦੇ ਸੰਸਾਰ ਨੂੰ ਵੇਖਣ ਅਤੇ ਜ਼ਿੰਦਗੀ ਦੀ ਵਿਆਖਿਆ ਕਰਨ ਦਾ ਢੰਗ ਦਿੰਦਾ ਹੈ। ਲੇਕਿਨ ਸੱਭਿਆਚਾਰਕ ਵਿਭਿੰਨਤਾਵਾਂ ਸੰਚਾਰ ਨੂੰ ਮੁਸ਼ਕਿਲ ਬਣਾਉਂਦੀਆਂ ਹਨ, ਕਿਉਂਕਿ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਦੀ ਮਾਨਸਿਕਤਾ ਵੀ ਵੱਖਰੀ ਹੁੰਦੀ ਹੈ। ਭਾਸ਼ਾ ਅਤੇ ਚਿੰਨ੍ਹ ਦੇ ਵੱਖਰੇ ਭਾਸ਼ਾ ਵੀ ਚਿੰਨ੍ਹ ਵੱਖਰੇ ਹੁੰਦੇ ਹਨ। ਵੱਖ-ਵੱਖ ਸੱਭਿਆਚਾਰਾਂ 'ਚ ਸ਼ਬਦਾਂ ਦਾ ਵਿਵਹਾਰ ਅਤੇ ਇਸ਼ਾਰਿਆਂ ਵੀ ਉਹਨਾਂ ਦੇ ਵੱਖਰੇ ਵੱਖਰੇ ਹੁੰਦੇ ਹਨ, ਉਹਨਾਂ ਦੇ ਅਰਥ ਵੀ ਵੱਖਰੇ ਹੁੰਦੇ ਹਨ। ਇਸ ਲਈ ਜਦੋਂ ਵੱਖ-ਵੱਖ ਸੱਭਿਆਚਾਰ ਨਾਲ ਸੰਬੰਧਿਤ ਲੋਕ ਸੰਚਾਰ ਕਰਦੇ ਹਨ, ਇਹ ਕਾਰਨ ਰੁਕਾਵਟ ਦਾ ਕਾਰਨ ਬਣ ਜਾਂਦੇ ਹਨ, ਕਿਉਂਕਿ ਜਿਸ ਢੰਗ ਨਾਲ ਤੁਸੀਂ ਸੰਚਾਰ ਕਰਦੇ ਹੋ ਉਹ ਉਸ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦਾ ਹੈ ਜਿਸ ਵਿੱਚ ਤੁਸੀਂ ਪਲੇ ਬੜੇ ਹੋਏ ਹੋ। ਪਰ ਇਸ ਦੇ ਉਲਟ ਇਹ ਵੀ ਸੱਚ ਹੈ ਕਿ ਸੱਭਿਆਚਾਰ ਬਹੁਤ ਹੱਦ ਤੱਕ ਸਾਡੇ ਸੰਚਾਰ ਦੇ ਢੰਗ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ। ਜੇ ਆਪਾਂ ਸੱਭਿਆਚਾਰਕ ਢੰਗ ਰੁਕਾਵਟਾਂ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਆਉਂਦਾ ਹੈ ਵਿਵਹਾਰ ਅਤੇ ਭਰੋਸਾ। ਵਿਵਹਾਰ ਅਤੇ ਭਰੋਸਾ ਜਾਂ ਵਿਸ਼ਵਾਸ ਵੀ ਕਹਿ ਸਕਦੇ ਹਾਂ। ਸੱਭਿਆਚਾਰਕ ਮਤਭੇਦ ਵਿਵਹਾਰ ਅਤੇ ਸ਼ਖਸੀਅਤ ਦੇ ਮਤਭੇਦਾਂ ਦਾ ਕਾਰਨ ਬਣਦੇ ਹਨ, ਜਿਵੇਂ ਕਿ ਸਰੀਰ ਦੀ ਭਾਸ਼ਾ, ਸੋਚ, ਸੰਸਾਰ ਸ਼ਿਸ਼ਟਾਚਾਰ, ਨਿਯਮ ਆਦਿ। ਉਦਾਹਰਨ ਦੇ ਲਈ ਕੁਝ ਸੱਭਿਆਚਾਰਾਂ ਵਿੱਚ ਅੱਖਾਂ ਦਾ ਸੰਪਰਕ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਕੁਝ ਵਿੱਚ ਇਹ
ਬੇਇੱਜ਼ਤੀ ਵਾਲਾ ਜਾਂ ਫਿਰ ਬੇਰਹਿਮੀ ਵਾਲਾ ਮੰਨਿਆ ਜਾਂਦਾ ਹੈ। ਇਹ ਸੱਭਿਆਚਾਰਕਾਂ ਵਿੱਚ ਜੋ ਹੈ ਫਰਕ ਹੁੰਦਾ ਹੈ, ਇਸ ਕਰਕੇ ਲਈ ਹੀ ਇਹ ਸਾਡੀ ਰੁਕਾਵਟ ਦਾ ਵੀ ਕਾਰਨ ਬਣਦੇ ਹਨ। ਇਸ ਤੋਂ ਅੱਗੇ ਹੈ ਧਰਮ। ਧਰਮ ਵੀ ਸੰਚਾਰ ਵਿੱਚ ਵਿਘਨ ਪਾਉਂਦਾ ਹੈ, ਕਿਉਂਕਿ ਉਹਨਾਂ ਲੋਕਾਂ ਦੀ ਇੱਕ ਖਾਸ ਛਵੀ ਨੂੰ ਪੈਦਾ ਕਰਦਾ ਹੈ ਕਿ ਜੋ ਦੂਜੇ ਧਰਮਾਂ ਦੀ ਪਾਲਣਾ ਨਹੀਂ ਕਰਦੇ। ਕਈ ਵਾਰ ਕੁਝ ਲੋਕਾਂ ਨੂੰ ਉਹਨਾਂ ਲੋਕਾਂ ਨਾਲ ਗੱਲ ਕਰਨੀ ਮੁਸ਼ਕਿਲ ਲੱਗਦੀ ਹੈ ਜਾਂ ਮੁਸ਼ਕਿਲ ਲੱਗਦਾ ਹੈ ਜਿਹੜੇ ਵੱਖ-ਵੱਖ ਧਰਮਾਂ ਦੀ ਪਾਲਣਾ ਕਰਦੇ ਹਨ। ਮਤਲਬ ਕਿ ਧਾਰਮਿਕ ਵਿਚਾਰ ਪ੍ਰਭਾਵ ਪਾਉਂਦੇ ਹਨ ਕਿ ਲੋਕ ਦੂਜਿਆਂ ਬਾਰੇ ਕਿਵੇਂ ਅਤੇ ਕੀ ਸੋਚਦੇ ਹਨ। ਇਹ ਵਿਚਾਰਾਂ ਵਿੱਚ ਅੰਤਰ ਪੈਦਾ ਕਰਦਾ ਹੈ। ਉਦਾਹਰਨ ਵਜੋਂ ਸਾਡੇ ਗੁਆਂਢੀ ਮੁਲਕ ਵਿੱਚ ਈਸਾਈਆਂ ਨੂੰ ਆਪਣੇ ਅਧਿਕਾਰਾਂ ਲਈ ਬੋਲਣਾ ਪਵੇਗਾ, ਕਿਉਂਕਿ ਬਹੁ ਗਿਣਤੀ ਉੱਥੇ ਇਸਲਾਮ ਦੀ ਹੈ ਅਤੇ ਈਸਾਈਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹਨਾਂ ਧਾਰਮਿਕ ਸਮੂਹਾਂ ਵਿਚਾਲੇ ਸੰਚਾਰ ਦੀ ਘਾਟ ਹੈ। ਇਸ ਤੋਂ ਅੱਗੇ ਅਰਥਵਾਦੀ ਰੁਕਾਵਟਾਂ ਜਾਂ ਸਮੈਂਟਿਕ ਬੈਰੀਅਰਸ ਵੀ ਕਹਿ ਸਕਦੇ ਹਨ। ਅਰਥਵਾਦੀ ਰੁਕਾਵਟ ਸ਼ਬਦ ਦਾ ਮਤਲਬ ਕੀ ਹੈ ਕਿ ਉਹ ਚਿੰਨ੍ਹ ਜੋ ਸੰਚਾਰ ਵਿੱਚ ਭੇਜੇ ਜਾਣ ਵਾਲੇ ਜਾਂ ਭੇਜਣ ਵਾਲੇ ਅਤੇ ਪ੍ਰਾਪਤ ਹੋਣ ਵਾਲੇ ਵਿੱਚ ਗਲਤ ਫਹਿਮੀ ਦਾ ਹਵਾਲਾ ਦਿੰਦੇ ਹਨ। ਅਰਥਵਾਦੀ ਰੁਕਾਵਟਾਂ ਆਮ ਤੌਰ 'ਤੇ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਜਾਣਕਾਰੀ ਸਰਲ ਭਾਸ਼ਾ ਵਿੱਚ ਨਹੀਂ ਹੁੰਦੀ ਹੈ। ਇਸ ਵਿੱਚ ਉਹ ਸ਼ਬਦਾਂ ਅਤੇ ਚਿੰਨ੍ਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕ ਤੋਂ ਵੱਧ ਹੁੰਦੇ ਹਨ, ਕਈ ਹਨ। ਅਰਥਵਾਦੀ ਸੰਚਾਰ ਦੀਆਂ ਮੁੱਖ ਰੁਕਾਵਟਾਂ ਵਿੱਚ ਅਸੀਂ ਦੇਖੀਏ ਤਾਂ ਸਭ ਤੋਂ ਪਹਿਲਾਂ ਆਪਾਂ ਮਾੜਾ ਪ੍ਰਗਟਾਵਾ ਇਸ ਨੂੰ ਲੈਂਦੇ ਹਾਂ। ਮਾੜਾ ਪ੍ਰਗਟਾਵਾ ਇਸ ਵਿੱਚ ਕੀ ਹੈ, ਇਸ ਵਿੱਚ ਸੁਨੇਹਾ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾਂਦਾ ਅਤੇ ਵਰਤੀ ਜਾਣ ਵਾਲੀ ਭਾਸ਼ਾ ਇੰਨੀ ਮੁਸ਼ਕਿਲ ਹੁੰਦੀ ਹੈ ਕਿ ਜਿਹੜਾ ਪ੍ਰਾਪਤ ਕਰਨ ਵਾਲਾ ਅੱਗੋਂ ਰਿਸੀਵਰ ਹੈ ਉਸ ਵੱਲੋਂ ਗਲਤ ਵਿਆਖਿਆ ਕੀਤੀ ਜਾ ਸਕਦੀ ਹੈ। ਸੰਦੇਸ਼ ਨੂੰ ਬੁਰੀ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ ਅਤੇ ਗਲਤ ਸ਼ਬਦਾਂ ਦੀ ਚੋਣ ਕੀਤੀ ਜਾਂਦੀ ਹੈ। ਮਾੜੇ ਪ੍ਰਗਟਾਵੇ ਵਿੱਚ ਵਾਕਾਂ ਦਾ ਕ੍ਰਮ ਸਹੀ ਤਰ੍ਹਾਂ ਨਹੀਂ ਹੁੰਦਾ ਅਤੇ ਵਾਕਾਂ ਦੇ ਸ਼ਬਦਾਂ ਦੀ ਜਿਹੜੀ ਲਗਾਤਾਰ ਦੁਹਰਾਈ ਹੁੰਦੀ ਹੈ। ਬੁਰੀ ਤਰ੍ਹਾਂ ਪ੍ਰਗਟ ਕੀਤੇ ਗਏ ਸੁਨੇਹਾ ਜਿਹੜਾ ਹੈ ਉਹ ਬਹੁਤ ਸਮਾਂ ਲੈਂਦੇ ਹਨ, ਕਿਉਂਕਿ ਇਹਦੇ ਵਿੱਚ ਕੀ ਆ, ਸੁਧਾਰ ਅਤੇ ਸਪਸ਼ਟੀਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਸੁਨੇਹਾ ਆਉਂਦਾ ਤਾਂ ਉਹ ਇੱਦਾਂ ਨਹੀਂ ਕਿ ਜਿੱਦਾਂ ਭੇਜਿਆ ਉਸ ਤਰ੍ਹਾਂ ਹੀ ਬੰਦੇ ਨੂੰ ਮਿਲ ਗਿਆ। ਕਈ ਵਾਰ ਕੀ ਆ, ਉਹਦੇ ਵਿੱਚ ਉਹਨਾਂ ਸ਼ਬਦਾਂ ਨੂੰ ਸਮਝਣ ਵਾਸਤੇ ਸਾਨੂੰ ਸੋਚਣਾ ਪੈਂਦਾ, ਉਹਦਾ ਸਪਸ਼ਟੀਕਰਨ ਕਰਨਾ ਪੈਂਦਾ। ਇਸ ਲਈ ਇਹ ਸੰਦੇਸ਼ ਵੀ ਸਾਡੇ ਜਿਹੜੇ ਸੰਚਾਰ ਦੇ ਉੱਤੇ ਪ੍ਰਭਾਵ ਪਾਉਂਦਾ ਜਾਂ ਘਰ ਜਾਂਦਾ ਹੈ। ਇਸ ਤੋਂ ਅੱਗੇ ਆਉਂਦੀ ਹੈ ਤਕਨੀਕੀ ਜਾਰਜ। ਅਕਸਰ ਅਸੀਂ ਦੇਖਦੇ ਹਾਂ ਕਿ ਅਕਸਰ ਤਕਨੀਕੀ ਸਮੂਹਾਂ ਵਿੱਚ ਕੰਮ ਕਰ ਰਹੇ ਲੋਕ, ਜਿਵੇਂ ਕਿ ਇੰਜੀਨੀਅਰ ਹੋ ਗਏ, ਉਤਪਾਦਨ ਪ੍ਰਬੰਧਕ ਹੋ ਗਏ, IT ਮੈਨੇਜਰ ਆਦਿ, ਇਹ ਜਿਹੜੇ ਲੋਕ ਨੇ ਆਪਣੀ ਸੰਚਾਰ ਵਿੱਚ ਜਿਹੜੇ ਆਪਣਾ ਸੰਚਾਰ ਕਰਦੇ ਨੇ, ਸੰਚਾਰ ਵਿੱਚ ਇੱਕ ਤਕਨੀਕੀ ਜਰਗਨਾਂ ਦੀ ਵਰਤੋਂ ਕਰਦੇ ਹਨ ਜੋ ਕਿ ਆਮ ਲੋਕਾਂ ਨੂੰ ਸਮਝਣ ਵਿੱਚ ਕਾਫੀ ਮੁਸ਼ਕਿਲ ਹੁੰਦਾ ਹੈ। ਮਤਲਬ ਕੀ ਆ, ਇਸ ਪ੍ਰਕਾਰ ਦੇ ਸੰਚਾਰ ਵਿੱਚ ਤਕਨੀਕੀ ਜਰਗਨਾਂ ਦੀ ਵਰਤੋਂ ਜਿਹੜੀ ਹੈ ਉਹ ਇੱਕ ਰੁਕਾਵਟ ਵਜੋਂ ਕੰਮ ਕਰਦੀ ਹੈ, ਜਿਸ ਕਾਰਨ ਰੁਕਾਵਟ ਜਾਣਕਾਰੀ ਦੀ ਗਲਤ ਫਹਿਮੀ ਦਾ ਕਾਰਨ ਬਣ ਜਾਂਦੀਆਂ ਹਨ। ਜੋ ਸੰਚਾਰ ਦੇ ਉਦੇਸ਼ ਸੀ ਉਹ ਉਦੇਸ਼ ਜਿਹੜਾ ਹੈ ਉਹ ਭੰਗ ਹੋ ਜਾਂਦਾ ਹੈ ਅਤੇ ਇਹ ਵੀ ਸਾਡੇ ਇੱਕ ਸੰਚਾਰ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਇਸ ਤੋਂ ਅੱਗੇ ਹੈ ਗੈਰ ਪ੍ਰਵਾਨਿਤ ਧਾਰਨਾਵਾਂ। ਗੈਰ ਪ੍ਰਵਾਨਿਤ ਧਾਰਨਾਵਾਂ ਵਿੱਚ ਕਈ ਵਾਰ ਜੋ ਮੈਸੇਜ ਭੇਜਣ ਵਾਲੇ ਕੁਝ ਚੀਜ਼ਾਂ ਵਾਲੇ ਧਾਰਨਾਵਾਂ ਪੈਦਾ ਕਰ ਲੈਂਦੇ ਹਨ ਜਾਂ ਪੈਦਾ ਹੋ ਜਾਂਦੀਆਂ ਹਨ, ਜਿਸ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਪ੍ਰਾਪਤ ਕਰਨ ਵਾਲੇ ਨੂੰ ਇਸ ਬਾਰੇ ਜਾਣਨਾ ਚਾਹੀਦਾ ਹੈ ਅਤੇ ਸਿਰਫ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪਰ ਇੱਕ ਵਿਸ਼ੇ ਸੰਦੇਸ਼ ਦੇ ਮਾਮਲੇ ਵਿੱਚ ਜੇ ਧਾਰਨਾਵਾਂ ਅਸਪਸ਼ਟ ਹਨ ਅਤੇ ਪ੍ਰਾਪਤ ਕਰਨ ਵਾਲੇ ਲਈ ਅਣਜਾਣ ਹਨ ਤਾਂ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਅਗਰ ਇੱਕ ਮੈਨੇਜਰ ਜਾਂ ਇੱਕ ਉੱਚੇ ਅਹੁਦੇ ਅਧਿਕਾਰੀ ਉਹ ਕਈ ਵਾਰੀ ਕੋਈ ਲੈਟਰ ਸੈਂਡ ਕਰਦਾ, ਉਹ ਸੋਚਦਾ ਕਿ ਮੇਰੇ ਥੱਲੇ ਵਾਲੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਤਾਂ ਹੈਗੀ ਹੀ ਹੈ, ਉਹਨਾਂ ਨੂੰ ਸਿਰਫ ਇਸ ਮੇਨ ਹੈਡਿੰਗ ਨੂੰ ਹਾਈਲਾਈਟ ਕਰਕੇ ਇਸ 'ਤੇ ਧਿਆਨ ਦੇਣਾ ਜ਼ਰੂਰੀ ਹੈ। ਉਹ ਤਾਂ ਗੱਲ ਸਹੀ ਹੈ, ਲੇਕਿਨ ਕਈ ਵਾਰ ਕੀ ਹੁੰਦਾ ਕਿ ਜਿਹੜੇ ਥੱਲੇ ਕਰਮਚਾਰੀਆਂ ਦੇ ਵਿੱਚ ਕੁਛ ਇੱਦਾਂ ਦੇ ਕਰਮਚਾਰੀ ਹੁੰਦੇ ਜੋ ਅਣਜਾਣ ਹੁੰਦੇ ਆ, ਉਸ ਕੰਡੀਸ਼ਨ ਦੇ ਵਿੱਚ ਜਿਹੜਾ ਸੰਚਾਰ ਆ ਉਹ ਸਾਡਾ ਪ੍ਰਭਾਵਿਤ ਹੋ ਜਾਂਦਾ ਹੈ। ਇਸ ਤੋਂ ਅੱਗੇ ਆਉਂਦਾ ਹੈ ਨੁਕਸਾਨਦਾਰ ਅਨੁਵਾਦ। ਨੁਕਸਦਾਰ ਅਨੁਵਾਦ। ਇਸ ਵਿੱਚ ਕੀ ਹੈ, ਕਈ ਵਾਰ ਸੁਨੇਹਾ ਭੇਜਣ ਵਾਲੇ ਸਮਝਣ ਦੇ ਪੱਧਰ ਦੀ
ਪ੍ਰਵਾਹ ਕੀਤੇ ਬਿਨਾਂ ਹੀ ਸਮਝਣ ਦੇ ਪੱਧਰ ਦੇ ਅਨੁਸਾਰ ਸੰਦੇਸ਼ ਦਾ ਅਨੁਵਾਦ ਕਰਦੇ ਨੇ। ਮਤਲਬ ਕੀ ਆ ਕਿ ਜਿਹੜੇ ਸੰਦੇਸ਼ ਭੇਜਣ ਵਾਲੇ ਉਹ ਜਿਹੜੇ ਹੁੰਦੇ ਆ ਉਹ ਰਿਸੀਵਰ ਦੇ ਸੁਣਨ ਦੀ ਸ਼ਮਤਾ ਦੇ ਜਾਂ ਉਹਦੇ ਪੱਧਰ ਤੋਂ ਜਾਣੂ ਹੋਏ ਬਿਨਾਂ ਹੀ ਆਪਣੇ ਪੱਧਰ ਦੇ ਹਿਸਾਬ ਦੇ ਨਾਲ ਹੀ ਸੰਦੇਸ਼ ਨੂੰ ਉਹਨਾਂ ਤੱਕ ਭੇਜ ਦਿੰਦੇ ਨੇ। ਉਦਾਹਰਨ ਦੇ ਤੌਰ 'ਤੇ ਮੰਨ ਲਓ ਇੱਕ ਮੈਨੇਜਰ ਆਪਣੇ ਉੱਚ ਅਧਿਕਾਰੀ ਅਤੇ ਅਧੀਨ ਅਧਿਕਾਰੀਆਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਉਹਨੇ ਉਹ ਜਾਣਕਾਰੀ ਆਪਣੇ ਸਾਰੇ ਅਧਿਕਾਰੀਆਂ ਨੂੰ ਦੇਣੀ ਸੀ ਜਾਂ ਦਿੱਤੀ, ਪਰ ਉਹਨੇ ਕੀ ਕੀਤਾ, ਉੱਚ ਅਧਿਕਾਰੀਆਂ ਦੇ ਸਮਝਣ ਦੇ ਪੱਧਰ ਦੇ ਅਨੁਸਾਰ ਹੀ ਉਹਦਾ ਅਨੁਵਾਦ ਕਰ ਦਿੱਤਾ। ਇੱਥੇ ਇਹ ਕੀ ਹੋਇਆ, ਸੰਦੇਸ਼ ਦੀ ਜਿਹੜੀ ਗਲਤ ਵਿਆਖਿਆ ਦਾ ਕਾਰਨ ਬਣ ਗਈ। ਮਤਲਬ ਕਿ ਕਰਮਚਾਰੀਆਂ ਦੇ ਸਮਝਣ ਦੇ ਪੱਧਰ ਦੇ ਅਨੁਸਾਰ ਹੀ ਸੰਦੇਸ਼ ਨੂੰ ਪੂਰਾ ਕਰਨ ਲਈ ਸੰਦੇਸ਼ ਨੂੰ ਢਾਲਣਾ ਜ਼ਰੂਰੀ ਹੋ ਜਾਂਦਾ ਹੈ, ਜ਼ਰੂਰੀ ਹੁੰਦਾ ਹੈ। ਇੱਕ ਹੋਰ ਐਗਜ਼ਾਮਪਲ, ਮੰਨ ਲਓ ਇੱਕ ਤੁਸੀਂ 4th ਕਲਾਸ ਦੇ ਬੱਚੇ ਨੂੰ ਪੜ੍ਹਾ ਰਹੇ, ਇੱਕ 12th ਕਲਾਸ ਦੇ ਬੱਚੇ ਨੂੰ ਪੜ੍ਹਾ ਰਹੇ ਆ, ਅਤੇ ਜੇ ਤੁਸੀਂ ਦੋਨਾਂ ਵਿੱਚ ਇੱਕ ਹੀ ਮੈਥਡ ਜਾਂ ਇੱਕ ਹੀ ਤਰੀਕਾ ਅਪਣਾਓਗੇ ਤਾਂ ਜੋ 4th ਕਲਾਸ ਦਾ ਬੱਚਾ ਹੈ ਉਹ ਤੁਹਾਡੀ 12th ਕਲਾਸ ਦੇ ਬੱਚੇ ਦੇ ਮੈਥਡ ਦੇ ਨਾਲ ਨਹੀਂ ਸਮਝ ਪਾਏਗਾ, ਕਿਉਂਕਿ ਉਸਦਾ ਪੱਧਰ 12th ਕਲਾਸ ਦੇ ਬੱਚੇ ਦੇ ਸਮਝ ਦੇ ਪੱਧਰ ਦੇ ਬਰਾਬਰ ਨਹੀਂ ਹੈ। ਤੁਹਾਨੂੰ ਉਸਨੂੰ ਸਮਝਾਉਣ ਵਾਸਤੇ ਉਸਦੇ ਪੱਧਰ ਤੱਕ ਆਉਣਾ ਪਏਗਾ ਅਤੇ ਉਸਦੇ ਸੰਦੇਸ਼ ਨੂੰ ਆਪਣੇ ਨੂੰ ਉਹਦੇ ਮੁਤਾਬਿਕ ਹੀ ਢਾਲਣਾ ਪਏਗਾ, ਅਤੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਸੋ ਇਹ ਸਨ ਅੱਜ ਸਾਡੇ ਸੰਚਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜਿਨ੍ਹਾਂ ਨੂੰ ਅਸੀਂ ਦੂਰ ਕਰਕੇ ਆਪਣੇ ਸੰਚਾਰ ਨੂੰ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਸੰਚਾਰ ਬਣਾ ਸਕਦੇ ਹਾਂ। ਮੈਂ ਉਮੀਦ ਕਰਦਾ ਮੇਰੇ ਵੱਲੋਂ ਇਸ ਵਿਸ਼ੇ 'ਤੇ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇ, ਅਤੇ ਇਸ ਦੇ ਨਾਲ ਹੀ ਮੈਂ ਅੱਜ ਦਾ ਆਪਣਾ ਲੈਕਚਰ ਸਮਾਪਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ।